एक्वायर हो सकती है, एक्वायर की जा सकती है सरकार के ਵੱਲੋਂ। ਤਾਂ ਸਰਕਾਰ ਦਾ ਨਿਸ਼ਾਨਾ ਸਿਰਫ ਅਕਾਲੀ ਦਲ ਹੈ। ਸੁਖਬੀਰ ਬਾਦਲ ਦਾ ਇਹ ਕਹਿਣਾ ਹੈ। ਤਾਂ ਦੱਸਦੀ ਕਿ ਨਿਸ਼ਾਨੇ ਸਾਧੇ ਨੇ, ਜ਼ੁਬਾਨੀ ਹਮਲੇ ਕੀਤੇ ਨੇ ਸੁਖਬੀਰ ਬਾਦਲ ਨੇ। ਔਰ ਮਸਤੂਆਣਾ ਸਾਹਿਬ ਦੀ ਜ਼ਮੀਨ ਦਾ ਮਾਮਲਾ, ਮੈਡੀਕਲ ਕਾਲਜ ਦੀ ਜ਼ਮੀਨ ਦਾ ਮਾਮਲਾ, ਉਸ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ, ਕਿਉਂਕਿ ਸਟੇਜ ਤੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਦੇ ਵੱਲੋਂ ਬਿਆਨ ਦਿੱਤਾ ਗਿਆ। ਤੇ ਪਰ ਝੰਡਾ ਚੱਕਿਆ ਅਕਾਲੀ ਦਲ ਦੇ ਖਿਲਾਫ, ਸੜਕਾਂ ਤੇ ਫੋਟੋਆਂ ਲਾਈਆਂ ਮੇਰੀਆਂ। ਆ ਕੋਈ ਮੇਰੀ ਜ਼ਿਆਦਤ ਆ, ਕੌਮ ਦੀ ਜ਼ਿਆਦਤ ਹੈ। ਮੈਂ ਕਹਿੰਦਾ 100 ਹਸਪਤਾਲ ਬਣਨੇ ਚਾਹੀਦੇ ਆ। ਤੇ ਇੱਕ ਹੋਰ ਗੱਲ ਦੱਸਾਂ, ਸਰਕਾਰ ਨੂੰ ਕਿਸੇ ਤੋਂ ਜ਼ਮੀਨ ਮੰਗਣ ਦੀ ਲੋੜ ਨਹੀਂ। ਸਰਕਾਰ 1 ਮਿੰਟ ਚ ਐਕਵਾਇਰ ਕਰ ਸਕਦੀ ਹੈ। 2 ਮਹੀਨੇ ਦੀ ਗੱਲ ਹੈ, ਸੜਕਾਂ ਨਹੀਂ ਬਣੀ ਜਾਂਦੀਆਂ। ਜੇ ਕੋਈ ਵੀ ਨਾ ਕਰਦਾ ਮਿੰਟ ਚ ਐਕਵਾਇਰ ਕਰ ਸਕਦੀ ਹੈ। ਅੱਜ 1.5 ਸਾਲ ਹੋ ਗਿਆ, ਕਿਤੇ ਕੋਸ਼ਿਸ਼ ਕੀਤੀ ਇਹਨਾਂ ਨੇ ਨਹੀਂ। ਨਿਸ਼ਾਨਾ ਆਇਆ ਹੀ ਹੈ। ਉਹਨਾਂ ਨੇ ਜਿਹੜੇ ਬੈਠੇ ਨੇ ਨਿਸ਼ਾਨਾ ਬਣਾਉਣਾ ਨਹੀਂ। ਨਿਸ਼ਾਨਾ ਤੁਸੀਂ ਹੋ, ਅਕਾਲੀ ਦਲ, ਤੁਹਾਡੀ ਮਾਂ ਪਾਰਟੀ। ਤੇ ਪਰ ਝੰਡਾ ਚੱਕਿਆ ਅਕਾਲੀ ਦਲ ਦੇ ਖਿਲਾਫ। ਇਹ ਬਿਆਨ ਦਿੱਤਾ ਹੈ ਸੁਖਬੀਰ ਬਾਦਲ ਨੇ, ਸੰਬੋਧਨ ਕਰ ਰਹੇ ਸਨ। ਉਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਮੁੱਦਾ ਜ਼ਮੀਨ ਦਾ ਹੈ ਔਰ ਜ਼ਮੀਨ ਕੌਮ ਦੀ ਹੈ। ਜ਼ਮੀਨ ਅਕਾਲੀ ਦਲ ਦੀ ਨਹੀਂ ਹੈ, ਉਹ ਜ਼ਮੀਨ ਸਾਡੀ ਨਹੀਂ ਹੈ, ਬਲਕਿ ਇਹ ਮੁੱਦਾ ਹੱਲ ਕਰਨਾ ਹੀ ਨਹੀਂ ਚਾਹੁੰਦੇ। ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਸੁਖਬੀਰ ਬਾਦਲ ਨੇ। ਔਰ ਉਸ ਤੋਂ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਰੱਖਿਆ ਹੈ ਸਰਕਾਰ ਨੇ। ਔਰ ਉਹਨਾਂ ਦੇ ਲਈ ਬਿਆਨਬਾਜ਼ੀ ਕੀਤੀ ਜਾਂਦੀ, ਜਦਕਿ ਮੁੱਦਾ ਮਸਲਾ ਜਿਹੜਾ ਹੈ ਉਹ ਜ਼ਮੀਨ ਐਕਵਾਇਰ ਦਾ ਹੈ। ਔਰ ਮਿੰਟਾਂ ਦੇ ਵਿੱਚ ਸਰਕਾਰ ਚਾਹੇ ਤਾਂ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ, ਪਰ ਲੰਮਾ ਸਮਾਂ ਹੋ ਚੁੱਕਿਆ ਹੈ। ਉਸ ਦੇ ਬਾਵਜੂਦ ਕੋਈ ਜਿਹੜਾ ਹੈ ਇਸ ਨੂੰ ਲੈ ਕੇ ਕੰਮ ਨਹੀਂ ਕੀਤਾ ਗਿਆ। ਸੁਖਬੀਰ ਬਾਦਲ ਨੇ ਬਿਆਨ ਦਿੱਤਾ। ਮੁੜ ਤੋਂ ਇੱਕ ਵਾਰ ਬਿਆਨ ਸੁਣਦੇ ਹਾਂ ਕਿ ਕੁਝ ਕਿਹਾ ਹੈ ਸੁਖਬੀਰ ਬਾਦਲ। ਤੇ ਪਰ ਝੰਡਾ ਚੱਕਿਆ ਅਕਾਲੀ ਦਲ ਦੇ ਖਿਲਾਫ, ਸੜਕਾਂ ਤੇ ਫੋਟੋਆਂ ਲਾਈਆਂ ਮੇਰੀਆਂ। ਆ ਕੋਈ ਮੇਰੀ ਜ਼ਿਆਦਤ ਆ, ਕੌਮ ਦੀ ਜ਼ਿਆਦਤ ਹੈ। ਮੈਂ ਕਹਿੰਦਾ 100 ਹਸਪਤਾਲ ਬਣਨੇ ਚਾਹੀਦੇ ਆ। ਤੇ ਇੱਕ ਹੋਰ ਗੱਲ ਦੱਸਾਂ, ਸਰਕਾਰ ਨੂੰ ਕਿਸੇ ਤੋਂ ਜ਼ਮੀਨ ਮੰਗਣ ਦੀ ਲੋੜ ਨਹੀਂ। ਸਰਕਾਰ 1 ਮਿੰਟ ਚ ਐਕਵਾਇਰ ਕਰ ਸਕਦੀ ਹੈ। 2 ਮਹੀਨੇ ਦੀ ਗੱਲ ਹੈ, ਸੜਕਾਂ ਨਹੀਂ ਬਣੀ ਜਾਂਦੀਆਂ। ਜੇ ਕੋਈ ਵੀ ਨਾ ਕਰਦਾ ਮਿੰਟ ਚ ਐਕਵਾਇਰ ਕਰ ਸਕਦੀ ਹੈ। ਅੱਜ 1.5 ਸਾਲ ਹੋ ਗਿਆ, ਕਿਤੇ ਕੋਸ਼ਿਸ਼ ਕੀਤੀ ਇਹਨਾਂ ਨੇ ਨਹੀਂ। ਨਿਸ਼ਾਨਾ ਆਇਆ ਹੀ ਹੈ। ਉਹਨਾਂ ਨੇ ਜਿਹੜੇ ਬੈਠੇ ਨੇ ਨਿਸ਼ਾਨਾ ਬਣਾਉਣਾ ਨਹੀਂ। ਨਿਸ਼ਾਨਾ ਤੁਸੀਂ ਹੋ, ਅਕਾਲੀ। ਅੱਗੇ ਵਧਾਂਗੇ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ, ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮਲਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿयंका ਗਾਂਧੀ ਦਾ ਇਸ ਦੇ ਵਿੱਚ ਨਾਂ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਨਾਂ ਸ਼ਾਮਿਲ ਹੈ। ਸੁਖਜਿੰਦਰ ਰੰਧਾਵਾ ਨੂੰ ਵੀ ਥਾਂ ਮਿਲੀ ਹੈ। ਅੰਬਿਕਾ ਸੋਨੀ ਵੀ CWC ਦੇ ਵਿੱਚ ਸ਼ਾਮਿਲ ਨੇ। ਨਵੀਂ ਵਰਕਿੰਗ ਕਮੇਟੀ ਦੇ ਵਿੱਚ ਮਨੀਸ਼ ਤਿਵਾੜੀ ਦਾ ਵੀ ਨਾਂ ਸਾਹਮਣੇ ਆਇਆ ਹੈ। ਤਾਂ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਸ ਦੇ ਵਿੱਚ ਜਿੱਥੇ ਮਲਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿयंका ਗਾਂਧੀ 4 ਵੱਡੇ ਚਿਹਰੇ ਨੇ। ਸੀਨੀਅਰ ਲੀਡਰਸ਼ਿਪ ਹੈ ਕਾਂਗਰਸ ਦੀ ਕੌਮੀ। ਔਰ ਇਸ ਤੋਂ ਇਲਾਵਾ ਪੰਜਾਬ ਤੋਂ ਸਾਬਕਾ ਸੀਐਮ ਚਰਨਜੀਤ ਚੰਨੀ ਨੇ। ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਦਾ ਨਾਂ ਇਸ ਦੇ ਵਿੱਚ ਸ਼ਾਮਿਲ ਹੈ। ਅੰਬਿਕਾ ਸੋਨੀ ਹੈ ਔਰ ਮਨੀਸ਼ ਤਿਵਾੜੀ ਦਾ ਨਾਂ ਹੈ। ਇਹ ਚਿੱਠੀ ਦਿਖਾ ਰਹੇ ਹਾਂ ਜੋ ਚਿੱਠੀ ਜਾਰੀ ਕੀਤੀ ਗਈ। ਤਾਂ ਇਹ ਤਸਵੀਰ ਦਿਖਾ ਰਹੇ ਹਾਂ, ਇਸ ਦੇ ਵਿੱਚ ਦਪਿੰਦਰ ਹੁੱਡਾ ਦਾ ਨਾਂ ਵੀ ਹੈ। ਔਰ ਵੱਖੋ-ਵੱਖ ਜਿਹੜੇ ਲਿਸਟ ਹੈ ਉਹ ਉਸ ਦੇ ਵਿੱਚ ਜਿਹੜੇ ਨਾਂ ਨੇ ਉਹ ਸ਼ਾਮਿਲ ਨੇ। ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਲਿਸਟ। ਮਲਕਾਰਜੁਨ ਖੜਗੇ ਹੈ, ਸੋਨੀਆ ਗਾਂਧੀ, ਡਾਕਟਰ ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿयंका ਗਾਂਧੀ। ਇਹ 5 ਅਹਿਮ ਵੱਡੇ ਚਿਹਰੇ ਕਹਿ ਲਈਏ ਕਿ ਕੌਮੀ ਚਿਹਰੇ ਨੇ ਕਾਂਗਰਸ ਦੇ। ਤਾਂ ਕਾਂਗਰਸ ਦੀ ਨਵੀਂ ਟੀਮ, ਕਾਂਗਰਸ ਦੀ ਵਰਕਿੰਗ ਕਮੇਟੀ ਦੀ ਟੀਮ ਦਾ ਐਲਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬ ਦਾ ਜ਼ਿਕਰ ਕੀਤਾ ਜਾਵੇ, ਸੁਖਜਿੰਦਰ ਰੰਧਾਵਾ ਦਾ ਨਾਂ ਸ਼ਾਮਿਲ ਹੈ, ਸਾਬਕਾ ਸੀਐਮ ਚਰਨਜੀਤ ਚੰਨੀ ਨੇ। और ये तस्वीर भी दिखा रहे हैं ग्राफिक के जरिए। सुखजिंदर रंधावा, मनीष तिवाड़ी, अंबिका सोनी, पवन बांसल,
ਸਾਬਕਾ ਕੇਂਦਰੀ ਮੰਤਰੀ ਰਹੇ ਨੇ ਪਵਨ ਬੰਸਲ ਕਾਂਗਰਸ ਦੀ ਸਰਕਾਰ ਵੇਲੇ, ਤਾਂ ਉਹਨਾਂ ਦਾ ਵੀ ਨਾਂ ਇਸ ਦੇ ਵਿੱਚ ਸ਼ਾਮਿਲ ਹੈ। ਅੰਬਿਕਾ ਸੋਨੀ ਨੇ ਮਹਿਲਾ ਚਿਹਰਾ ਨੇ ਕਾਂਗਰਸ ਦਾ ਵੱਡਾ। ਇਸ ਤੋਂ ਇਲਾਵਾ ਮਨੀਸ਼ ਤਿਵਾੜੀ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ, ਦਪਿੰਦਰ ਹੁੱਡਾ, ਪ੍ਰਤਿਭਾ ਸਿੰਘ, ਕੁਮਾਰੀ ਸ਼ੈਲਜਾ ਹਰਿਆਣਾ ਦੇ ਚਿਹਰੇ ਨੇ ਕਾਂਗਰਸ ਦੇ, ਜਿਹੜੇ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਰਣਦੀਪ ਸੁਰਜੇਵਾਲਾ, ਸਚਿਨ ਪਾਇਲਟ ਰਾਜਸਥਾਨ ਤੋਂ, दीपेंद्र हुड्डा, प्रतिभा सिंह, कुमारी शैलजा, रणदीप सुरजेवाला, तीन चेहरे हरियाणा तो, एक हिमाचल तो, एक राजस्थान तो कांग्रेस की नवी टीम दिखा रहे हैं ग्राफिक के जरिए। और हुण अधीर रंजन चौधरी का भी इस नाम शामिल है। अधीर रंजन चौधरी का भी नाम शामिल है। दस दिए कि 2024 तो पहला एक कमेटी या कह लीए कि लिस्ट माफ करियो वर्किंग कमेटी की नवी लिस्ट जी सामने आई है। कांग्रेस की नवी टीम 24 तो पहला एक किस्म की तैयारी असी कह सकते हाँ, क्योंकि पूर्ण तौर पर इंडिया गठजोड़ तो बन ही रहा है जिसनों लीड कर रही है कांग्रेस पार्टी, पर उत्थे ही एक नवी टीम तैयार हो गई है। देखना होगा किस तरीके दे नाल एक नवी ऊर्जा पार्टी च वेखण नूं मिलेगी। हालांकि पंजाब तो जिक्र किया जाए तो दो तीन वड्डे चेहरे ने। साबका सीएम चरणजीत चन्नी का नाम शामिल है, सुखजिंदर रंधावा है, अंबिका सोनी, मनीष तिवाड़ी। कांग्रेस की नवी टीम तैयार हुई। अगे वधांगे तो पंजाब के सरहदी जिलों के वाल रुख करते हैं, जिथे हड़ के नाल हालात खराब ने। फिरोजपुर, फाजिलका, तरनतारन दे विच पानी की मार है। सतलुज के ब्यास के कई पिंड जिहड़े ने पानी दे विच डुबे हुए ने। कई पिंडां शहरां दे नाल संपर्क टुट चुकिया है। NDRF ते फौज के वालों राहत ते बचाव कार्य किए जा रहे हैं। चार तस्वीरां दिखा रहे हैं फिरोजपुर, फाजिलका, तरनतारन, गुरदासपुर। ये चारों ही जिले सरहद दे ने और इत्थे बेहद वड्डे पद्धर ते पानी की मार पै रही है। कई इलाके तो अजिहे ने जिथे तीनों पासे पानी है, चौथे पासे सरहद है, यानी कि विच विचाले लोग फस चुके हैं। खौफजदा लोग अपने घरां दे विचों समान चुकन लगे ने। हालात बेहद बद तो बदतर ने कई थावां ते। तरनतारन च घड़ोमे पिंड दे नेड़े बन टुट गया है। बन टुटन दे नाल कई पिंड पानी पानी हुए ने। गुरदासपुर दे विच अजे भी हालात खराब बने हुए ने। तो ये तस्वीर दिखा रहे हैं, एक घर की तस्वीर है जिथे पानी ही पानी है, पर घर की महिला, बजुर्ग महिला असीं कह सकते हैं, जिसके वालों अपना समान संभाया जा रहा है। इस मंजे नूं सिर ते चुक्या होया है और इसनूं चुक के महिला इसनूं अपनी घर की छत ते लेके जा रही है ताकि इसनूं बचाया जा सके। समान जिहड़ा है वो ना भिजे, क्योंकि माड़ा मोटा समान जिहड़ा बचिया है उसनूं बचा लिया जाए। ये लोग ने और ये कह रहे हैं कि बेहद वड्डे पद्धर ते बर्बादी हो रही है। फसलां तां नुकसानियां ही गईयां ने। घरां दे विच पिया होया समान उसनूं भी साਂਭਣਾ औखा होया होया। खाण पीण दे लई समान पहुँचाना, पीण दे लई पानी पहुँचाना प्रशासन दे लई एक वड्डी चुनौती बनिया होया। इस विच भी कोई दो राय नहीं है। असीं लगातार तस्वीरां दिखा रहे हैं साडे सहयोगी भी कि कितना औखा है इत्थे पिंडां तक सारियां तक पहुँच करना, क्योंकि बोट्स जिहड़ियां ने राह दे विच खराब हो जांदियां ने। बहुत दूरी तक तय करना मुश्किल है और बहुत ज़्यादा लोग ने, तां सबनूं रेस्क्यू करना भी बेहद मुश्किल हो रहा है। ये नौबत आई हुई है, ये हालात बने हुए हैं। फिरोजपुर के सरहदी इलाका हजारा सिंह वाला और गट्टी राजो के, जिथे तुसी देख सकते हो कि सारे पासे जिहड़ा तबाही का मंजर है और पूरी तरह जिहड़े खेत ने और फसलां ने वो पानी दे विच हड़ां दी मार दे विच ने। और किस तरह तुसी देख सकते हो कि पंजाब विकास कर पाएगा। सारियां फसलां जिहड़ियां ये झोने की फसल है, ये सारे देश दे विच सप्लाई किया जाना सी, इत्थे पैदा होना सी और इस नूं जिहड़ा देश के अलग अलग राज्यां दे विच भेजिया जाना सी। ये किसानां नूं आमदन का साधन सी, मगर हुण ये सारी फसलां जिहड़ियां डुब के तबाह हो चुकियां ने, खराब हो चुकियां ने। और तुसीं देख सकते हो तबाही का मंजर है। किसान बर्बाद हो रहा नज़र आ रहा है, क्योंकि किसान की जिन्नी फसल सी वो डुब के तबाह हो गई। और हुण तुसीं तस्वीरां देख सकते हो कि सरहदी इलाका लोकां दे कोल अपनी कमाई का, अपने गुजारे का इक्को एक साधन है, वो है खेती। और खेती भी जदों डुब के बर्बाद हो गई तो फिर किस तरह एक किसान जिहड़ा है वो अगे वध पाएगा।
क्योंकि किसान तो हुण डुब गया, किसान की फसल डुबी, किसान करजे थले आ गया, किसान की फसल खराब हो गई और 45 दिनों के विच ये तबाही का दूजा मंजर है। क्योंकि पहला हड़ आए और 33,000 एकड़ के करीब किसानों की फसल तबाह हो गई। उस तो बाद किसानों ने फिर पानी घटन तो बाद मेहनत की और दोबारा फसलां बोईयां और हुण एक बार फिर पानी की मार्च ने हड़ां की चपेट च है और पानी च तबाह हो गई है इस सारी की सारी फसल। फिर किस तरह किवें किसान अगे वध पाएगा, किवें करजे तो मुक्त हो पाएगा, एक वड्डा सवाल है। तबाही का मंजर है, किसान बर्बाद है, किसान की फसल जिहड़ी है ਜਿਹੜੀ ਇਸ ਨੂੰ ਵੇਚ ਕੇ ਉਸ ਦੇ ਘਰ ਰੌਣਕਾਂ ਹੋਣੀਆਂ ਸੀ, ਜਸ਼ਨ ਦਾ ਮਾਹੌਲ ਹੁੰਦਾ ਔਰ ਇਸੇ ਹੀ ਨਾਲ ਉਹ ਆਪਣੇ ਘਰ-ਬਾਰ ਨੂੰ ਬਣਾਉਂਦਾ ਹੈ, ਵਿਆਹ ਕਰਦਾ ਹੈ, ਬੱਚਿਆਂ ਨੂੰ ਪਾਲਦਾ। ਪਰ ਜੇ ਉਸ ਦੀ ਫਸਲ ਜਿਹੜੀ ਬੱਚਿਆਂ ਵਾਂਗ ਪਾਲੀ ਫਸਲ ਬਰਬਾਦ ਹੋ ਗਈ ਤੇ ਉਹ ਖੁਦ ਕਰਜ਼ੇ ਹੇਠ ਆ ਜਾਂਦਾ, ਬਰਬਾਦ ਹੋ ਜਾਂਦਾ ਔਰ ਇਹ ਤਬਾਹੀ ਦਾ ਮੰਜ਼ਰ ਹੈ। 2 ਵਾਰ ਇਹ ਫਸਲ ਜਿਹੜੀ ਹੈ ਤਬਾਹ ਹੋ ਚੁੱਕੀ ਹੈ ਔਰ ਇਸ ਫਸਲ ਨੇ ਜਿਹੜਾ ਝੋਨੇ ਨੇ ਤਿਆਰ ਹੋਣਾ ਸੀ, ਤਿਆਰ ਹੋਣ ਤੋਂ ਬਾਅਦ ਇਸ ਨੂੰ देश के अलग-अलग राज्यों का, देश तो बाहर भी ये फसल भेजी जानी सी, पर हुण अनाज ये खराब हो गया है। किसान नूं करजे विच आएगा और किसान बर्बाद है, फसल भी तबाह और हज़ारां एकड़, पहला 33,000 एकड़ का आंकड़ा है कि फसल जिहड़ी तबाह हुई सी, पर हुण ये आंकड़ा जिहड़ा है वो 1 लाख एकड़ के करीब पहुँच गया है। मुआवजे की मंग है पर मुआवजा भी नहीं मिलना, क्योंकि इस इलाके ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਹਜੇ ਤੱਕ ਗਰਦੌਰੀਆਂ ਨਹੀਂ ਹੋਈਆਂ, ਇਹਨਾਂ ਲੋਕਾਂ ਦੇ, ਇਹਨਾਂ ਕਿਸਾਨਾਂ ਦੇ ਨਾਂ ਤੇ ਨਹੀਂ ਹੋਈਆਂ ਔਰ ਜੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਤੇ ਕਿਵੇਂ ਉਹ ਬੈਂਕਾਂ ਤੋਂ ਚੱਕਿਆ ਹੋਇਆ ਕਰਜ਼ਾ ਲਾ ਸਕਣਗੇ। ਦਾ ਮੰਜ਼ਰ ਇਹੋ ਜਿਹਾ ਹੈ ਕਿ ਬਹੁਤ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਔਰ ਕੁਝ ਲੋਕ ਇਸ ਹੜ੍ਹਾਂ ਦੀ ਚਪੇਟ 'ਚ ਨੇ ਤੇ ਕੁਝ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਦਿੱਤਾ ਗਿਆ। ਹੁਣ ਜਿਹੜਾ ਇੱਕ ਸਮਾਚਾਰ ਮਿਲਿਆ ਕਿ ਇਹ ਪਰਿਵਾਰ ਹੈ ਔਰ ਇਹਨਾਂ ਪਰਿਵਾਰ ਦੀ ਇੱਕ ਜਿਹੜੀ ਮਾਂ ਹੈ, ਇਹਨਾਂ ਦੀ ਜਿਹੜੇ ਘਰ ਦੇ ਮੈਂਬਰ ਸੀਗੇ ਉਹਨਾਂ ਦੀ ਉਮਰ ਵੇਖ ਕੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਦਿੱਤਾ ਸੀ ਔਰ ਬਾਕੀ ਦਾ ਪਰਿਵਾਰ ਪਿੰਡ 'ਚ ਫਸਿਆ ਹੋਇਆ ਸੀ ਔਰ ਹੁਣ ਮਾਂ ਸੀ, ਮਾਂ ਦੀ ਅੰਦਰ ਹੈ, ਮਾਂ ਨੂੰ ਇਹ ਖੋਹ ਪੈ ਰਹੀ ਸੀ ਕਿ ਉਸ ਦਾ ਪਰਿਵਾਰ, ਉਸ ਦੇ ਬੱਚੇ, ਉਸ ਦਾ ਮਕਾਨ, ਉਸ ਦਾ ਘਰ, ਉਸ ਦਾ ਸਾਰਾ ਸਮਾਨ ਘਰ 'ਚ ਫਸਿਆ ਤੇ ਉਹ ਜਿਹੜਾ ਹੜ੍ਹਾਂ ਤੋਂ ਬਾਹਰ ਨਿਕਲ ਕੇ ਦੂਜੇ ਪਾਸੇ ਬੈਠੀ ਹੈ ਉੱਚੇ ਇਲਾਕੇ 'ਚ। ਇਸ ਸਦਮੇ ਦੇ ਚਲਦਿਆਂ ਉਸ ਮਾਂ ਦੀ ਮੌਤ ਹੋ ਗਈ ਹੈ ਔਰ ਬੱਚੇ ਆਪਣੀ ਮਾਂ ਦਾ ਚਿਹਰਾ ਵੇਖਣ ਲਈ ਤਰਸ ਰਹੇ ਨੇ। ਬੱਚੇ ਇੱਥੇ ਖੜੇ ਹੈ ਔਰ ਮਾਂ ਉਸ ਸਾਈਡ ਹੈ। ਹੁਣ ਇਹਨਾਂ ਨੂੰ ਰੈਸਕਿਊ ਕਰਨ ਦੇ ਲਈ NDRF ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਸੀ, ਪਰ ਹਾਲ ਇੰਨਾ ਮਾੜਾ ਹੈ ਕਿ NDRF ਦੀ ਟੀਮ ਵੀ ਉੱਥੋਂ ਤੱਕ ਨਹੀਂ ਪਹੁੰਚੀ ਔਰ ਬੜੀ ਮੁਸ਼ਕਲ ਦੇ ਬਾਅਦ ਹੁਣ ਜਿਹੜਾ NDRF ਦੀ ਕਈ ਟੀਮ ਜਿਹੜੀ ਹੈ ਕਾਫੀ ਘੰਟਿਆਂ ਦੀ ਮਸ਼ੱਕਤ ਦੇ ਬਾਅਦ ਇਹਨਾਂ ਤੱਕ ਪਹੁੰਚ ਕੀਤੀ ਹੈ। ਗੱਲ ਕਰਾਂਗੇ ਕਿ ਕਿਵੇਂ ਕੀ ਮਾਤਾ ਦੀ ਕੀ ਨਾਂ ਸੀ ਔਰ ਕਿਹੜੇ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ? ਅਸੀਂ ਪਿੰਡ ਕਮਾਲਿਆ ਦੇ ਰਹਿਣ ਵਾਲੇ। ਪੂਰੋ ਬਾਈ ਮਾਤਾ ਸੀਗੀ ਤੇ ਅੱਧਾ ਪਰਿਵਾਰ ਉੱਥੇ ਰਹਿ ਗਿਆ ਸੀ, ਅੱਧਾ ਇੱਥੇ ਰਹਿ ਗਿਆ ਸੀ। ਉਸ ਤੋਂ ਬਾਅਦ ਕੋਈ ਸਾਡਾ ਫੋਨ ਫਣ ਬੰਦ ਸੀਗਾ ਤੇ ਉਸ ਪਾਣੀ ਤੋਂ ਇੱਕ ਦਿਨ ਉਸੇ ਦਿਨ ਛੱਡ ਕੇ ਆਏ ਤੇ ਉਹ ਪਾਣੀ ਕਾਰਨ ਹੀ ਉੱਥੇ ਹੁਣ ਕਹਿੰਦੇ ਮਕਾਨ ਕੋਲ ਸਾਰੇ ਡਿੱਗ ਪਏ। ਇਸ ਵਾਸਤੇ ਹੁਣ ਪਤਾ ਨਹੀਂ ਸਦਮਾ ਲੈ ਗਈ ਤੇ ਉੱਥੇ ਡੈਥ ਹੋ ਗਈ। ਇੱਥੋਂ 20 ਰਾਤ ਲੈ ਗਏ ਸੀ ਹਸਪੀਟਲ ਵੀ ਉੱਥੋਂ, ਪਰ ਉਹ ਨਹੀਂ ਹੋਈ ਸੈੱਟ ਤੇ ਬਚ ਨਹੀਂ ਸਕੀ ਤੇ ਇਸ ਵਾਸਤੇ ਹੁਣ ਅਸੀਂ ਉੱਥੇ ਅੰਤਿਮ ਸੰਸਕਾਰ ਕਰਾਂਗੇ। ਇੱਥੇ ਤਾਂ ਕੋਈ ਸਾਧਨ ਨਹੀਂ, ਪਿੰਡ ਵਿੱਚ ਪਾਣੀ ਬਹੁਤ, ਉੱਥੇ ਤਾਂ ਹੋ ਹੀ ਨਹੀਂ ਸਕਦਾ। ਇੱਥੋਂ 20 ਕਿਲੋਮੀਟਰ ਹੈਗਾ ਦੂਰ ਮਮਦੋਟ ਲੱਖਾ ਜੀ, ਉੱਥੇ ਜਾ ਰਹੇ ਹਾਂ। ਔਰ ਤੁਸੀਂ, ਤੁਹਾਡਾ ਕੀ ਰਿਸ਼ਤਾ ਹੈ? ਤੁਸੀਂ ਵੀ ਸਾਡੀ ਭੂਆ ਹੈ। ਅੱਛਾ, ਤੇ ਕੀ ਉੱਥੇ ਤੁਸੀਂ ਪਹੁੰਚ ਪਾਏ ਕਿ ਨਹੀਂ ਉਹਨਾਂ ਭੂਆ ਦੇ ਕੋਲ? ਨਹੀਂ ਪਹੁੰਚ ਪਾਏ, ਹੁਣ ਚੱਲੇ ਆ ਰਸਤੇ 'ਚ ਖੜੇ ਆ ਜੇ। ਸਵੇਰੇ 7 ਵਜੇ ਸਵੇਰੇ ਤੁਹਾਨੂੰ ਕਿਦੋਂ ਪਤਾ ਲੱਗਿਆ ਵੀ ਉਹਨਾਂ ਦੀ ਮੌਤ ਹੋ ਗਈ ਹੈ ਜਾਂ ਕਿਦੋਂ ਉਧਰ ਗਏ ਸੀ? ਕਿੰਨੇ ਦਿਨ ਹੋ ਗਏ ਤੁਸੀਂ ਹੜ੍ਹ 'ਚ ਫਸੇ ਹੋਏ ਹੋ? 8 ਪਾਸੇ ਅੱਜ ਹੋ ਗਏ, 3 ਦਿਨ ਹੋ ਗਏ। ਉਹ ਪਰਸੋਂ ਗਏ ਸੀ, ਉਦੋਂ ਜਿੱਦਣ ਪਾਣੀ ਥੋੜਾ ਜਿਹਾ ਚੜ ਰਿਹਾ ਸੀ ਉਦੋਂ ਹੀ ਉਹਨੂੰ ਛੱਡ ਆਏ ਸੀ। ਬੱਚੇ ਪਰਿਵਾਰ ਨੂੰ ਛੱਡ ਆਏ ਆ ਤੇ ਬਾਕੀ ਸਾਨੂੰ ਹੁਣ ਪਤਾ ਲੱਗਿਆ ਵੀ ਸਾਡੀ ਭੂਆ ਦੀ ਡੈਥ ਹੋ ਚੁੱਕੀ।